ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਕਿਸ ਤਰ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਕਿਤਾਬਾਂ ਦੇ ਨਾਂ 'ਤੇ ਵੱਡੀ ਠੱਗੀ ਲਾਉਂਦੇ ਨੇ, ਇਹਦਾ ਇੱਕ ਮਾਮਲਾ ਸਾਹਮਣੇ ਆਇਆ। ਜੋ NCERT ਦੀਆਂ ਕਿਤਾਬਾਂ ਹੁੰਦੀਆਂ ਨੇ ਉਹਦੇ ਚੈਪਟਰ ਇੱਧਰ ਉੱਧਰ ਕਰਕੇ ਜਿਹੜੀ 70-80 ਰੁਪਏ ਦੀ ਕਿਤਾਬ ਹੈ ਉਹਨੂੰ 400 ਰੁਪਏ ਵਿੱਚ ਵੇਚਦੇ ਨੇ ਅਤੇ ਹਰ ਸਾਲ ਕਿਤਾਬ ਦੇ ਚੈਪਟਰ ਚੇਂਜ ਕੀਤੇ ਜਾਂਦੇ ਨੇ। ਇਹ ਨਹੀਂ ਹੁੰਦਾ ਕਿ ਪਿਛਲੇ ਸਾਲ ਦੀਆਂ ਜਾਂ ਉਦੋਂ ਪਿਛਲੇ ਸਾਲ ਦੀਆਂ ਕਿਤਾਬਾਂ ਹੀ ਲਗਾਈਆਂ ਜਾਣ, ਜਦ ਕਿ ਮੈਟਰ ਸੇਮ ਹੁੰਦਾ ਹੈ। ਇਹ ਸਾਰੇ ਕਸ ਤੋਂ ਮਨੀਸ਼ ਸੋਨੀ ਅਤੇ ਉਹਨਾਂ ਦੇ ਸਾਥੀ ਪਰਦਾ ਚੁੱਕਣਗੇ, ਗੱਲ ਕਰਾਂਗੇ। ਤੁਸੀਂ ਦੇਖੋ ਹੱਥਾਂ ਦੇ ਵਿੱਚ ਪੋਸਟਰ ਚੁੱਕੇ ਨੇ ਇਹਨਾਂ ਨੇ, ਅਤੇ ਸਰਕਾਰ ਕੋਲ ਇਹਨਾਂ ਨੇ ਆਪਣੀ ਆਵਾਜ਼ ਪਹੁੰਚਾਉਣ ਲਈ ਈਮੇਲਾਂ ਕਰਨੀਆਂ ਨੇ ਅਤੇ ਨਾਲ ਮੰਤਰੀਆਂ ਨੂੰ ਵੀ ਮਿਲਣਾ ਹੈ, ਕੁਝ ਅੰਕੜੇ ਦੱਸਣਗੇ, ਗੱਲ ਕਰਾਂਗੇ। ਇਹਨਾਂ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਜਾਂ ਫਿਰ ਦਰੱਖਤਾਂ ਨੂੰ ਬਚਾਉਣ ਲਈ ਵੀ ਕੁਝ ਕਹਿਣਾ ਹੈ, ਸਾਰੀ ਗੱਲ ਕਰਦੇ ਹਾਂ। ਹਾਂਜੀ ਸੋਨੀ ਜੀ, ਕੀ ਕਹਿਣਾ ਚਾਹੋਗੇ? ਅੱਜ ਕਿਤਾਬਾਂ ਦਾ ਮੁੱਦਾ ਤੁਸੀਂ ਪਹਿਲਾਂ ਵੀ ਚੱਕਦੇ ਰਹੇ ਹੋ, ਅੱਜ ਨਵਾਂ ਕੀ ਆ ਅਤੇ ਕਿਤਾਬਾਂ ਦੇ ਨਾਂ 'ਤੇ ਠੱਗੀ ਕਿਵੇਂ ਲੱਗਦੀ ਆ ਮਾਪਿਆਂ ਨਾਲ? ਸਰ ਪਹਿਲੀ ਗੱਲ ਤਾਂ ਐਵੇਂ ਅੱਜ ਅਸੀਂ ਆਪਣਾ ਜਿਹੜਾ ਮੁੱਦਾ ਲੈ ਕੇ ਆਏ ਹਾਂ, ਅਸੀਂ ਇਨਵਾਇਰਨਮੈਂਟ ਦੇ ਨਾਲ ਮੁੱਦਾ ਲੈ ਕੇ ਆਏ, ਕਿਉਂਕਿ ਦੇਖੋ ਜੇ ਪੇੜ ਹੋਣਗੇ ਤਾਂ ਸਾਡੀਆਂ ਅਗਲੀਆਂ ਪੁਸ਼ਤਾਂ ਕੰਮ ਕਰਨਗੀਆਂ, ਜਿੰਦੀਆਂ ਰਹਿਣਗੀਆਂ। ਪੇੜ ਨਹੀਂ ਹੋਣਗੇ ਤਾਂ ਸਾਡੀਆਂ ਅਗਲੀਆਂ ਪੁਸ਼ਤਾਂ ਜਿੰਦੀਆਂ ਨਹੀਂ ਰਹਿ ਸਕਣਗੀਆਂ, ਠੀਕ ਹੈ ਨਾ। ਹੁਣੇ ਜਿਵੇਂ ਤੁਹਾਨੂੰ ਮੈਂ ਇਸ ਦੇ ਵਿੱਚ ਦਿਖਾਇਆ, ਕਰੀਬਨ 1 ਟਨ ਆਪਣਾ ਪੇਪਰ ਵਾਸਤੇ ਸਰ 24 ਪੇੜ ਬਲੀਦਾਨ ਹੋ ਜਾਂਦੇ ਨੇ, ਉਹਨਾਂ ਦੀ ਬਲੀ ਚੜ੍ਹ ਜਾਂਦੀ, 24 ਪੇੜਾਂ ਦੀ ਬਲੀ ਚੜ੍ਹ ਜਾਂਦੀ ਹੈ। ਔਰ ਅਗਰ ਹਿਸਾਬ ਲਗਾਇਆ ਜਾਏ ਕਿੰਨੇ ਪੇਪਰਾਂ ਵਾਸਤੇ? 1 ਟਨ ਪੇਪਰ ਵਾਸਤੇ, 1 ਟਨ ਪੇਪਰ, 1 ਟਨ ਪੇਪਰ ਵਾਸਤੇ 24 ਪੇੜਾਂ ਦੀ ਬਲੀ ਚੜ੍ਹ ਜਾਂਦੀ ਹੈ, ਠੀਕ ਹੈ ਨਾ। ਔਰ ਦੂਸਰੀ ਚੀਜ਼ ਹੈ ਕਿ ਅਗਰ ਇੱਕ ਐਵਰੇਜ ਲਗਾਈ ਜਾਏ ਤਾਂ ਇੱਕ ਬੱਚੇ ਨੂੰ ਜੇ 5 ਕਿਲੋ ਦੀਆਂ ਕਿਤਾਬਾਂ ਮਿਲਦੀਆਂ ਤੇ ਯਾਨੀ ਕਿ 200 ਬੱਚਿਆਂ ਪਿੱਛੇ ਕਰੀਬਨ 24 ਪੇੜਾਂ ਦੀ ਬਲੀ ਚੜ੍ਹ ਗਈ, ਯਾਨੀ ਕਿ 200 ਬੱਚੇ। ਉਹ ਮੇਰੇ ਹਿਸਾਬ ਸਿਰ 24 ਪੇੜ ਅਸੀਂ ਲਗਾਉਂਦੇ ਨਹੀਂ ਹੋਵਾਂਗੇ, ਮਗਰ ਅਸੀਂ ਉਹ 24 ਪੇੜਾਂ ਦੀ ਬਲੀ ਚੜ੍ਹਾ ਦਿੰਦੇ ਹਾਂ ਸਿਰਫ ਇਹ ਸੋਚ ਕੇ। ਔਰ ਸਭ ਨਾਲ ਦੂਸਰੀ ਚੀਜ਼, ਜਿਹੜਾ ਪਾਣੀ ਖਰਾਬ ਹੁੰਦਾ ਹੈ, 1 ਟਨ ਆਪਣਾ ਪੇਪਰ ਵਾਸਤੇ ਤੁਹਾਡਾ 20,000 ਗੈਲਨ ਪਾਣੀ ਕੰਟੈਮੀਨੇਟ ਹੋ ਜਾਂਦਾ, ਖਰਾਬ ਹੋ ਜਾਂਦਾ, ਜੋ ਪੀਣ ਲਾਇਕ ਨਹੀਂ ਰਹਿੰਦਾ। ਸਿਰਫ ਤੁਸੀਂ ਉਸ ਨੂੰ ਆਪਣਾ ਕਿਸੇ ਹੋਰ ਕੰਮ ਵਾਸਤੇ ਯੂਜ਼ ਕਰ ਲਓ, ਪੀਣ ਲਾਇਕ ਨਹੀਂ, ਕੰਟੈਮੀਨੇਟ ਹੋ ਜਾਂਦਾ। 20,000 ਗੈਲਨ ਪਾਣੀ ਸਰ, ਇਹ ਸਾਰੀ ਰਿਸਰਚ ਗੂਗਲ ਦੇ ਉੱਤੋਂ ਅਸੀਂ ਲੈ ਕੇ ਰਿਸਰਚ ਪੂਰੀ ਅਸੀਂ ਕੀਤੀ ਹੈ। ਔਰ ਸਭ ਨਾਲ ਵੱਡੀ ਚੀਜ਼ ਸਰ, ਤੁਸੀਂ ਇੱਕ ਚੀਜ਼ ਦੇਖੋ, ਜਿਵੇਂ ਮਾਫੀਆ ਦੀ ਗੱਲ ਅਸੀਂ ਕਰ ਰਹੇ ਹਾਂ ਤਾਂ ਮਾਫੀਆ ਕਿਸ ਤਰ੍ਹਾਂ ਕੰਮ ਕਰ ਰਿਹਾ, ਇਹ ਤੁਹਾਨੂੰ ਮੈਂ ਕਿਤਾਬ ਦਿਖਾ ਰਿਹਾ ਸਾਹਮਣੇ। ਇਹ ਕਿਤਾਬ ਪਿਛਲੇ ਸਾਲ ਦੀ ਹੈ, 7th ਕਲਾਸ ਦੀ। ਇਹ ਪ੍ਰਾਈਵੇਟ ਪਬਲਿਸ਼ਰ ਦੀ ਹੈ। ਇਹ ਤੁਸੀਂ ਅਗਰ ਪੜ੍ਹੋਗੇ, ਨਿਊਟ੍ਰੀਸ਼ਨ ਇਨ ਪਲਾਂਟ, ਨਿਊਟ੍ਰੀਸ਼ਨ ਇਨ ਐਨੀਮਲ ਔਰ ਆਪਣਾ ਫਿਸ਼ ਐਂਡ ਦਿਸ, ਇਹ ਸਾਰਾ ਕੁਝ ਇਸ ਕਿਤਾਬ 'ਚ ਹੈ, ਠੀਕ ਹੈ ਜੀ। ਇਹ ਇਸ ਸਾਲ ਵੀ ਇਹੀ ਕਿਤਾਬ ਲੱਗੀ ਹੈ ਪ੍ਰਾਈਵੇਟ ਪਬਲਿਸ਼ਰ ਦੇ ਦੁਆਰਾ। ਔਰ ਇਹੀ ਇਸ ਸਾਲ ਜਿਹੜੀ NCERT ਦੀ ਕਿਤਾਬ ਹੈ, ਇਹ ਹੁਣ ਤੁਸੀਂ ਇਸ ਨੂੰ ਪੜ੍ਹ ਲਓ। ਸੇਮ ਟੌਪਿਕਸ ਨੇ, ਸੇਮ ਸਭ ਕੁਛ ਹੈ, ਠੀਕ ਹੈ ਨਾ। ਮਗਰ ਕੀ ਹੈ, ਇਹ ਕਿਤਾਬ ਦੀ ਕੀਮਤ ਹੈ 65 ਰੁਪਇਆ ਔਰ ਇਹ ਕਿਤਾਬ ਦੀ ਕੀਮਤ ਹੈ ਕਰੀਬਨ 400 ਰੁਪਈਆ। ਫ਼ਰਕ ਕੀ ਹੈ? ਕੁਛ ਵੀ ਨਹੀਂ, ਸਿਰਫ ਇਹ ਕਹਿਣ ਨੂੰ ਫ਼ਰਕ ਹੋਏਗਾ ਕਿ ਜੀ ਹਾਂ ਜੀ ਇਹ NCERT ਦੀ ਬੁੱਕ ਹੈ ਅਤੇ ਪ੍ਰਾਈਵੇਟ ਪਬਲਿਸ਼ਰ ਦੀ ਬੁੱਕ ਹੈ। ਤੁਸੀਂ ਹੈਰਾਨ ਹੋ ਗਿਆ ਦੇਖ ਕੇ ਕਿ ਬਈ ਸਿੱਧੀ ਜੀ ਗੱਲ ਹੈ, ਕਰੀਬਨ ਸਿਰਫ ਚੰਡੀਗੜ੍ਹ ਦਾ ਅਸੀਂ ਆંકੜੇ ਦੀ ਗੱਲ ਕਰਦੇ ਹਾਂ। ਚੰਡੀਗੜ੍ਹ ਦੇ ਆંકੜੇ ਦੇ ਹਿਸਾਬ ਸਿਰ ਕਰੀਬਨ 30 ਤੋਂ ਲੈ ਕੇ 35,000 ਪੇੜ ਕੱਟੇ ਜਾਂਦੇ ਨੇ ਸਿਰਫ ਚੰਡੀਗੜ੍ਹ ਦੀ ਕਿਤਾਬਾਂ ਦੇ ਵਾਸਤੇ, ਚੰਡੀਗੜ੍ਹ ਦੇ ਬੱਚਿਆਂ ਦੀ ਕਿਤਾਬਾਂ ਵਾਸਤੇ 30 ਤੋਂ ਲੈ ਕੇ 35,000 ਪੇੜ। ਆਪਾਂ ਕਿਤਾਬਾਂ ਵਾਲੇ ਮੁੱਦੇ 'ਤੇ ਆ ਜਾਈਏ। ਤੁਸੀਂ ਕਹਿ ਰਹੇ ਹੋ ਕਿ 400 ਦੀ ਕਿਤਾਬ ਲਾਉਂਦੇ ਨੇ 65 ਰੁਪਏ ਦੀ ਬਜਾਏ। 400 ਦੇ ਵਿੱਚ ਸਕੂਲਾਂ ਵਾਲੇ ਕਮਿਸ਼ਨ ਕਿੰਨਾ ਖਾਂਦੇ ਨੇ? ਤੁਸੀਂ ਉਹ ਕਿਸੇ ਪਬਲਿਸ਼ਰ ਨਾਲ ਗੱਲ ਕੀਤੀ ਸੀ, ਉਹ ਕੀ ਗੱਲ? ਸਰ ਐਵੇਂ ਹੈ, ਅਸੀਂ ਕੁਛ ਕੋਸ਼ਿਸ਼ ਕੀਤੀ ਕਿ ਅਸੀਂ ਐਵੇਂ ਕਰੀਏ ਕਿ ਅਸੀਂ ਆਪਣੀ ਐਸੋਸੀਏਸ਼ਨ ਦੇ ਥਰੂ ਲੋਕਾਂ ਦੀ ਕੁਛ ਮਦਦ ਕਰੀਏ ਕਿ ਵੀ ਜਿਹੜੀ ਕਿਤਾਬ ਆਉਂਦੀ ਹੈ 400 ਰੁਪਏ ਦੀ, ਸਾਨੂੰ ਇਹਨਾਂ ਦਾ ਪਤਾ ਸੀ ਕਿ 50-60% ਦਾ ਉਸ 'ਚ ਮਾਰਜਨ ਹੁੰਦਾ ਕਿ 200 ਦੀ ਪੈਂਦੀ ਹੈ, ਅਤੇ ਅਸੀਂ ਕੀ ਕਰੀਏ, ਅਸੀਂ ਆਪਣਾ ਪ੍ਰਾਈਵੇਟ ਪਬਲਿਸ਼ਰ ਕੋਲੋਂ ਕਿਤਾਬ ਲੈ ਕੇ ਅਸੀਂ ਲੋਕਾਂ ਦੀ ਮਦਦ ਕਰੀਏ, ਅਸੀਂ ਉਹਨਾਂ ਨੂੰ ਰੇਟ ਟੂ ਰੇਟ ਕਿਤਾਬ ਦੇ ਦਈਏ, ਠੀਕ ਹੈ। ਮਗਰ ਅਸੀਂ ਜਿਸ ਵੇਲੇ ਪ੍ਰਾਈਵੇਟ ਪਬਲਿਸ਼ਰ ਦੇ ਨਾਲ ਗੱਲ ਕੀਤੀ ਤਾਂ ਸਾਨੂੰ ਪੂਰੇ ਦਾ ਪੂਰੇ ਕਹਿ ਲਓ ਕਿ ਮਾਫੀਆ ਦਾ ਪਤਾ ਲੱਗਾ ਕਿ ਵੀ ਮਾਫੀਆ ਕਿਸ ਤਰੀਕੇ ਨਾਲ ਕੰਮ ਕਰਦਾ। ਉਹ ਕਹਿਣ ਲੱਗੇ ਜੀ ਤੁਸੀਂ ਜੇ ਕਿਤਾਬ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਇੱਕ ਕੰਮ ਕਰੋ, ਤੁਸੀਂ ਸਕੂਲ ਦੇ ਨਾਲ ਜਾ ਕੇ ਸੈਟਿੰਗ ਕਰੋ, ਸਕੂਲ ਨੂੰ ਸਾਡੇ ਨਾਲ ਸਾਡੀ ਸਕੂਲ ਦੀ ਸੈਟਿੰਗ ਕਰਾਓ ਪਬਲਿਸ਼ਰ ਦੀ। ਸਾਡੀ ਜਿਹੜੀ ਅਸੀਂ ਕਮਿਸ਼ਨ 20 ਤੋਂ 30% ਕਮਿਸ਼ਨ ਹੈ ਅਸੀਂ ਸਕੂਲ ਨੂੰ ਜਿਹੜੀ ਦੇਣੀ ਹੈ ਅਸੀਂ ਉਹ ਸਕੂਲ ਨੂੰ ਦੇਵਾਂਗੇ, ਉਹਦਾ ਤੁਹਾਡੇ ਨਾਲ ਕੋਈ ਕੰਸਰਨ ਨਹੀਂ ਹੈ। ਤੁਹਾਨੂੰ ਕਿਤਾਬਾਂ ਮਿਲ ਜਾਣਗੀਆਂ, ਅਸੀਂ ਕਿਤਾਬਾਂ ਸਿਰਫ ਤੁਹਾਨੂੰ ਦਾਂਗੇ, ਸਕੂਲ ਤੁਹਾਨੂੰ ਹੀ ਆਥੋਰਾਈਜ਼ ਕਰ ਦੇਗਾ ਕਿ ਤੁਸੀਂ ਹੀ ਕਿਤਾਬਾਂ ਵੇਚ ਸਕਦੇ ਹੋ। ਮਗਰ ਚੂੰਕਿ ਅਸੀਂ ਉਵੇਂ ਗਏ ਸੀਗੇ ਕਿ ਸਾਡਾ ਸਮਾਜ ਸੇਵਾ ਦਾ ਪਰਪਸ ਸੀਗਾ, ਅਸੀਂ ਕਮਾਣਾ ਤਾਂ ਸੀਗਾ ਨਹੀਂ ਉਸ 'ਚੋਂ, ਅਤੇ ਅਸੀਂ ਪਹਿਲਾਂ ਸਕੂਲ ਨੂੰ ਕਮਿਸ਼ਨ ਦਵਾਉਂਦੇ, ਫਿਰ ਅਸੀਂ ਖੁਦ ਖਾਂਦੇ, ਫਿਰ ਤਾਂ ਗੱਲ ਅਲੱਗ ਸੀਗੀ। ਫਿਰ ਤਾਂ ਹੋ ਸਕਦਾ ਸੀ ਸਾਡੀ ਸੈਟਿੰਗ ਹੋ ਵੀ ਜਾਂਦੀ ਪਬਲਿਸ਼ਰ ਦੇ ਨਾਲ, ਇਸ ਚੱਕਰ 'ਚ ਸਾਡੀ ਪਬਲਿਸ਼ਰ ਦੇ ਨਾਲ ਸੈਟਿੰਗ ਨਹੀਂ ਹੋ ਸਕੀ। ਅਸੀਂ ਔਰ ਜਿਸਲੇ ਅਸੀਂ ਪੂਰਾ ਉਸਦਾ ਡਾਟਾ ਐਨਾਲਿਸਿਸ ਕੀਤਾ ਚੰਡੀਗੜ੍ਹ ਦੇ ਵਿੱਚ, ਸਰ ਸਿਰਫ ਚੰਡੀਗੜ੍ਹ ਦੀ ਗੱਲ ਕਰ ਰਿਹਾ ਮੈਂ, ਪੰਜਾਬ ਦੀ ਜਾਂ ਕਿਸੇ ਹੋਰ ਸਟੇਟ ਦੀ ਗੱਲ ਨਹੀਂ ਕਰ ਰਿਹਾ, ਸਿਰਫ ਚੰਡੀਗੜ੍ਹ ਜਿਹੜਾ ਕਿ ਛੋਟਾ ਜਿਹਾ ਸ਼ਹਿਰ ਹੈ, ਠੀਕ ਹੈ ਨਾ, ਕਰੀਬਨ 33 ਕਰੋੜ 32 ਕਰੋੜ ਤੋਂ ਲੈ ਕੇ 33 ਕਰੋੜ ਰੁਪਈਆ ਹਰ ਸਾਲ ਪ੍ਰਾਈਵੇਟ ਸਕੂਲਾਂ ਨੂੰ ਐਜ਼ ਏ ਕਮਿਸ਼ਨ ਜਾਂਦਾ,
32 ਤੋਂ 33 ਕਰੋੜ ਰੁਪਇਆ ਹਰ ਸਾਲ ਇਹਨਾਂ ਨੂੰ ਸਿਰਫ ਐਜ਼ ਏ ਕਮਿਸ਼ਨ ਜਾਂਦਾ, ਕਮਿਸ਼ਨ, ਨਥਿੰਗ ਐਲਸ। ਜੇ ਪੰਜਾਬ ਤੇ ਹਰਿਆਣਾ ਦੀ ਗੱਲ ਕਰ ਲਈ ਤਾਂ 300-400 ਕਰੋੜ ਦਾ ਕਮਿਸ਼ਨ ਆਪਾਂ ਕਹਿ ਸਕਦੇ ਜਾਂਦਾ। ਚੰਡੀਗੜ੍ਹ ਤਾਂ ਛੋਟਾ ਜਿਹਾ ਸ਼ਹਿਰ ਹੈ। ਪੰਜਾਬ ਔਰ ਹਰਿਆਣਾ ਦੀ ਜੇ ਤੁਸੀਂ ਗੱਲ ਕਰੋ ਤਾਂ ਮੇਰੇ ਹਿਸਾਬ ਸਿਰ ਘੱਟੋ ਘੱਟ ਨਹੀਂ ਤੇ ਹਜ਼ਾਰਾਂ ਕਰੋੜ ਦਾ ਹੋਣਾ ਹਿਸਾਬ ਕਿਤਾਬ ਹੈ ਕਿ ਜਿਹੜਾ ਸਕੂਲਾਂ ਨੂੰ ਕਮਿਸ਼ਨ ਜਾਂਦਾ ਹੋਏਗਾ। ਇੱਕ ਕਮਿਸ਼ਨ ਤੇ ਫਿਰ ਇਹ ਲੁੱਟ ਤੇ ਰੋਕ ਕਿਵੇਂ ਲੱਗ ਸਕਦੀ ਹੈ ਤੁਹਾਡੇ ਮੁਤਾਬਕ? ਸਰ ਦੇਖੋ, ਇਹ ਸਰਕਾਰ ਦੇ ਹੱਥ 'ਚ ਹੈ, ਠੀਕ ਹੈ ਨਾ। ਵੈਸੇ ਤਾਂ ਸਾਡੇ ਕੁਝ ਲੋਕਾਂ ਦੇ ਹੱਥ 'ਚ ਵੀ ਹੈ, ਬਟ ਸਰਕਾਰ ਦੇ ਹੱਥ 'ਚ ਮੇਨਲੀ ਹੈ। ਸਰਕਾਰ ਦੇ ਹੱਥ 'ਚ ਪਹਿਲਾਂ ਸਰਕਾਰ ਨੂੰ ਇੱਕ ਰੂਲ ਕੱਢਣਾ ਚਾਹੀਦਾ ਹੈ ਕਿ ਹਰ ਸਕੂਲ ਆਪਣੇ ਸਕੂਲ ਦੇ ਵਿੱਚ ਬੁੱਕ ਬੈਂਕ ਬਣਾਏਗਾ। ਬੁੱਕ ਬੈਂਕ ਬਣਾ ਕੇ ਉਸ ਦੇ ਵਿੱਚ ਉਹ ਬੁੱਕਸ ਰੱਖੇਗਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ, ਮੈਕਸੀਕੋ ਔਰ ਆਸਟਰੀਆ ਦੇ ਵਿੱਚ ਅਗਰ ਤੁਸੀਂ ਜਾਓ, ਵੈਸੇ ਤੇ US ਵਿੱਚ ਵੀ ਇਹ ਸਿਸਟਮ ਹੈਗਾ, ਉਹ ਕੀ ਕਰਦੇ ਨੇ, ਉਹ ਬੁੱਕ ਬੈਂਕ ਬਣਾਉਂਦੇ ਨੇ। ਬੁੱਕ ਬੈਂਕ ਬਣਾ ਕੇ, ਠੀਕ ਹੈ ਨਾ, ਉਹ ਕਿਤਾਬਾਂ ਖਰੀਦ ਕੇ ਰੱਖਦੇ ਨੇ। ਉਹ ਕਿਤਾਬਾਂ ਫਿਰ ਬੱਚਿਆਂ ਨੂੰ ਕਿਰਾਏ 'ਤੇ ਅਗਲੇ ਦੇ ਦਿੰਦੇ ਨੇ। ਜਿਵੇਂ ਸਪੋਜ਼ ਮੇਰਾ ਬੱਚਾ 7 'ਚ ਹੈ ਨਾ, ਮੇਰੇ ਬੱਚੇ ਨੂੰ ਕਿਰਾਏ 'ਤੇ ਕਿਤਾਬਾਂ ਮਿਲ ਜਾਣਗੀਆਂ। ਜਿਵੇਂ ਸਪੋਜ਼ 10,000 ਦੀ ਕਿਤਾਬਾਂ, ਇੱਕ ਐਗਜ਼ਾਮਪਲ ਲੈਣਾ, 10,000 ਦੀ ਕਿਤਾਬਾਂ ਉਹਨਾਂ ਨੇ ਮੇਰੇ ਕੋਲ 2,000 ਰੁਪਏ ਲੈ ਲੈਣਾ। ਸਾਲ ਬਾਅਦ ਉਹੀ ਕਿਤਾਬਾਂ ਉਹਨਾਂ ਨੇ ਮੇਰੇ ਕੋਲ ਵਾਪਸ ਲੈ ਲੈਣੀਆਂ। ਉਹ ਅਗਲੇ ਬੱਚੇ ਨੂੰ ਫਿਰ 2,000 ਦੀਆਂ ਦੇ ਦੇਣੀਆਂ। ਉਹਨਾਂ ਦੇ ਉਹ 10,000 ਨਿਕਲ ਜਾਣੇ ਨੇ, ਜੋ ਉਹਨਾਂ ਦੇ ਲੱਗਿਆ ਲੱਗੇ, ਉਹਨਾਂ ਦੇ 10,000 ਥੋੜ੍ਹੀ ਲੱਗਣੇ, ਉਹਨਾਂ ਦੇ ਕਾਫੀ ਘੱਟ ਲੱਗਣੇ ਨੇ। ਉਹ 5 ਸਾਲ ਘੱਟੋ ਘੱਟ ਉਹ ਕਿਤਾਬਾਂ ਯੂਜ਼ ਆ ਜਾਂਦੀਆਂ। ਉਸ ਦੇ ਨਾਲ 2 ਫਾਇਦੇ ਹੁੰਦੇ ਸਰ। ਹੁਣ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ ਕਿ ਵੀ ਕਰੀਬਨ 32-35 ਹਜ਼ਾਰ ਪੇੜ ਸਿਰਫ ਚੰਡੀਗੜ੍ਹ ਵਾਸਤੇ ਕੱਟਿਆ ਜਾ ਰਿਹਾ, ਤੇ ਜੇ 5 ਸਾਲ ਇਸ ਤਰੀਕੇ ਨਾਲ ਕੀਤਾ ਜਾਏ ਕਿ ਸਕੂਲ ਆਪਣਾ ਬੁੱਕ ਬੈਂਕ ਬਣਾ ਲਵੇ ਤੇ ਕਿੰਨਾ ਪੇੜ ਬਚੇਗਾ? ਕਰੀਬਨ 1.5 ਲੱਖ ਤੋਂ ਲੈ ਕੇ ਪੌਣੇ 2 ਲੱਖ ਪੇੜ ਤੁਹਾਡਾ ਬਚ ਜਾਏਗਾ, ਜਿਹੜਾ ਸਿਰਫ ਇੱਕ ਸਿਟੀ ਦੀ ਗੱਲ ਹੋ ਰਹੀ ਹੈ ਸਰ, ਸਿਰਫ ਇੱਕ ਸਿਟੀ ਦੀ। 1.5 ਤੋਂ ਪੌਣੇ 2 ਲੱਖ ਰੁਪਏ ਪੇੜ, 1.5 ਤੋਂ ਪੌਣੇ 2 ਲੱਖ ਪੇੜ ਜੇ ਤੁਸੀਂ ਬਚਾ ਰਹੇ ਹੋ ਤਾਂ ਤੁਸੀਂ ਅੱਗੇ ਦੇਖੋ ਕਿ ਕਿੰਨਾ ਆਪਣੇ এনवायरमेंट ਨੂੰ ਬਚਾਓਗੇ। ਅਸੀਂ ਇਹ ਨਹੀਂ ਕਹਿ ਰਹੇ ਕਿ ਸਕੂਲ ਨਾ, ਉਹ ਬਿਜ਼ਨਸ ਕਰ ਰਹੇ ਭਾਜੀ। ਦਰਖਤਾਂ ਵਾਲਾ ਜਿਹੜਾ ਮਾਮਲਾ, ਪੇੜ ਵਾਲਾ ਮਾਮਲਾ, ਉਹ ਤਾਂ ਹੋ ਸਕਦਾ ਕਾਗਜ਼ ਵੀ ਵਿਦੇਸ਼ ਤੋਂ ਆਉਂਦਾ ਹੋਵੇ, ਇੱਥੇ ਉਸ ਲੈਵਲ ਦੀਆਂ ਫੈਕਟਰੀਆਂ ਹੋਣ, ਪਰ ਮੇਨ ਪੁਆਇੰਟ ਤਾਂ ਇਹ ਹੈ ਕਿ ਮਾਪਿਆਂ ਦੀ ਲੁੱਟ ਕਿਵੇਂ ਰੁਕੇ। ਜਦੋਂ ਕਿ NCERT ਕਿਤਾਬਾਂ ਛਾਪਦਾ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਵੱਖਰੇ ਤੌਰ 'ਤੇ ਛਾਪਦਾ ਹੈ, ਫਿਰ ਉਹੀ ਕਿਤਾਬਾਂ ਹੀ ਸਕੂਲਾਂ 'ਚ ਕਿਉਂ ਨਾ ਲਗਾਈਆਂ ਜਾਣ? ਪਹਿਲਾਂ ਤੁਸੀਂ ਵੀ ਤਾਂ ਪੜ੍ਹੇ ਹੋ, ਆਪਾਂ ਸਾਰੇ ਸਰਕਾਰੀ ਕਿਤਾਬਾਂ ਨਾਲ ਪੜ੍ਹਦੇ ਰਹੇ ਹਾਂ। ਇਹ ਸਿਸਟਮ 'ਚ ਸੁਧਾਰ ਦੀ ਗੱਲ ਹੈ, ਸੁਧਾਰ ਕਿਵੇਂ ਹੋ ਗਏ ਅਤੇ ਤੁਸੀਂ ਜਥੇਬੰਦੀ ਕਿਹੜੀ ਬਣਾਈ ਹੈ ਇਸ ਸੁਧਾਰ ਵਾਸਤੇ? ਸਰ ਸਾਡੀ ਜਥੇਬੰਦੀ ਦਾ ਨਾਂ ਹੈ ਪੇਰੈਂਟ ਯੂਨਿਟੀ ਫॉर ਜਸਟਿਸ, ਠੀਕ ਹੈ ਜੀ। ਸੁਧਾਰ ਦਾ ਜਿਵੇਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਰਿਕੁਐਸਟ ਕੀਤੀ ਕਿ ਜੇ ਬੁੱਕ ਬੈਂਕ ਬਣਾ ਲੈਂਦੇ ਨੇ, ਕਿਤਾਬਾਂ ਭਾਵੇਂ NCERT ਦੀ ਹੋਣ ਭਾਵੇਂ ਪ੍ਰਾਈਵੇਟ ਪਬਲਿਸ਼ਰ ਦੀ ਹੋਣ, ਵੈਸੇ ਸਾਡੀ ਵੀ ਪ੍ਰੈਫਰੈਂਸ ਹੈ ਕਿ NCERT ਦੀ ਹੋਣ, ਕਿਉਂਕਿ ਜਦ NCERT ਦੀ ਕਿਤਾਬ, ਔਰ ਤੁਸੀਂ ਦੇਖੋਗੇ ਜੇ ਬੁੱਕ ਬੈਂਕ ਬਣੇਗਾ, ਤੁਸੀਂ ਦੇਖੋਗੇ ਜੇ ਬੁੱਕ ਬੈਂਕ ਬਣੇਗਾ, ਬੁੱਕ ਬੈਂਕ ਬਣਨ ਤੋਂ ਬਾਅਦ ਕੀ ਹੋਏਗਾ? ਸਕੂਲ ਸਿਰਫ NCERT ਦੀ ਕਿਤਾਬਾਂ ਹੀ ਬੱਚਿਆਂ ਨੂੰ ਪੜ੍ਹਾਉਣਗੇ। ਕਾਰਨ ਕਿਉਂਕਿ ਸਕੂਲਾਂ ਨੂੰ ਘੱਟ ਪੈਸੇ ਖਰਚਣੇ ਪੈਣਗੇ। ਉਹਨਾਂ ਨੇ ਆਪਣਾ ਜਿਹੜਾ ਸਾਡੇ ਕੋਲੋਂ ਉਹ ਲੈਣਾ, ਕਿਰਾਇਆ ਲੈਣਾ ਕਿਤਾਬਾਂ ਦਾ, ਉਹ ਤਾਂ ਉਹਨਾਂ ਨੇ ਪੂਰਾ ਲੈ ਲਿਆ ਕਰਨਾ ਕਿ ਜੀ ਹਾਂ ਕਿਰਾਇਆ ਸਪੋਜ਼ ਉਹਨਾਂ ਨੇ 1,000 ਰੁਪਇਆ ਕਰਤਾ ਕਿ 1,000 ਰੁਪਇਆ ਅਸੀਂ ਸਾਰੀ ਕਿਤਾਬਾਂ ਦਾ ਲੈਣਾ ਜੀ, ਉਹਨਾਂ ਨੇ 1,000 ਰੁਪਇਆ ਲੈ ਲਿਆ ਕਰਨਾ। ਮਗਰ ਕਿਤਾਬਾਂ ਉਸ ਵੇਲੇ ਉਹ NCERT ਦੀ ਹੀ ਲਗਾਉਣਗੇ, ਨਾ ਕਿ ਪ੍ਰਾਈਵੇਟ ਪਬਲਿਸ਼ਰ ਦੀ ਲਗਾਉਣਗੇ, ਕਿਉਂਕਿ ਪੱਲਿਓਂ ਪੈਸੇ ਲੱਗਣੇ ਉਹਨਾਂ ਦੇ। ਤੇ ਚੰਡੀਗੜ੍ਹ ਪ੍ਰਸ਼ਾਸਨ ਕੋਲ ਤੁਸੀਂ ਆਪਣੀ ਗੱਲ ਪਹੁੰਚਾਤੀ ਜਾਂ ਫਿਰ ਕਿਸ ਤਰ੍ਹਾਂ ਪਹੁੰਚਾਉਣੀ ਆ ਜੇ ਨਹੀਂ ਪਹੁੰਚਾਈ? ਅਸੀਂ ਸਰ ਹੁਣੇ DC ਸਾਹਿਬ ਨੂੰ, ਐਡਵਾਈਜ਼ਰ ਨੂੰ, ਗਵਰਨਰ ਸਾਹਿਬ ਨੂੰ ਔਰ ਈਵਨ PMO ਆਫਿਸ ਨੂੰ ਮੇਲ ਪਾ ਰਹੇ ਹਾਂ। ਇੱਕ PDF ਅਸੀਂ ਬਣਾਈ ਹੈ ਜਿਹਦੇ ਵਿੱਚ ਅਸੀਂ ਕਿਤਾਬਾਂ ਦਾ ਫਰਕ ਪਾਇਆ ਕਿ ਕਿਤਾਬਾਂ ਵਿੱਚ ਕੀ ਫਰਕ ਹੈ, NCERT ਦੀ ਕਿਤਾਬ ਔਰ ਪ੍ਰਾਈਵੇਟ ਪਬਲਿਸ਼ਰ ਦੀ ਕਿਤਾਬ 'ਚ ਕੀ ਫਰਕ ਹੈ, ਰੇਟਾਂ ਦਾ ਕਿੰਨਾ ਫਰਕ ਹੈ, ਔਰ ਇਸ ਦੇ ਨਾਲ এনवायरमेंट ਦੇ ਉੱਤੇ ਕਿੰਨਾ ਫਰਕ ਪੈ ਰਿਹਾ। ਉਹ ਸਾਰੀ ਪੂਰੀ PDF ਬਣਾਈ ਹੈ, ਉਹ ਅਸੀਂ ਮੇਲ ਕਰਨ ਜਾ ਰਹੇ ਹਾਂ। ਉਹ ਮੇਲ ਕਰਕੇ ਅਸੀਂ ਦੇਖਦੇ ਹਾਂ ਸਾਨੂੰ ਕੀ ਰਿਸਪੌਂਸ ਮਿਲਦਾ ਐਡਮਿਨਿਸਟ੍ਰੇਸ਼ਨ ਦੀ ਤਰਫੋਂ। ਬਾਕੀ ਦੇਖੋ ਸਿੱਧੀ ਜੀ ਗੱਲ ਹੈ, ਮੀਡੀਆ ਜਿਹੜਾ ਚੌਥਾ ਪਿੱਲਰ ਹੁੰਦਾ ਸੰਵਿਧਾਨ ਦਾ, ਠੀਕ ਹੈ। ਸਾਡੀ ਦਰਖਾਸਤ ਮੀਡੀਆ ਨੂੰ ਇਹੀ ਹੈ ਕਿ ਵੀ ਸਾਡੀ ਗੱਲ ਨੂੰ ਵੱਧ ਤੋਂ ਵੱਧ ਅੱਗੇ ਪਹੁੰਚਾਏ। ਕਾਰਨ ਕਿਉਂਕਿ ਅੱਜ ਤੇ ਮੈਂ ਹਵਾ, ਆਕਸੀਜਨ ਫ੍ਰੀ 'ਚ ਪੇੜਾਂ ਤੋਂ ਲੈ ਰਿਹਾ, ਮਗਰ ਅੱਜ ਤੋਂ 100 ਸਾਲ ਬਾਅਦ ਮੈਂ ਹੋਵਾਂ ਨਾ ਹੋਵਾਂ, ਮੇਰੀਆਂ ਜਿਹੜੀਆਂ ਅਗਲੀਆਂ ਪੁਸ਼ਤਾਂ ਆਉਣੀਆਂ, ਕਿਆ ਉਹਨਾਂ ਨੂੰ ਫ੍ਰੀ 'ਚ ਹਵਾ ਮਿਲ ਪਾਏਗੀ? ਪੰਜਾਬ ਦੀ ਜੇ ਗੱਲ ਕਰੀ, ਪੰਜਾਬ ਦੇ ਵਿੱਚ ਸਰਕਾਰ ਦਾ ਫੈਸਲਾ ਕਿ NCERT ਦੀਆਂ ਕਿਤਾਬਾਂ ਲਈਆਂ ਜਾਣ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ, ਪਰ ਉਹ ਥੋੜ੍ਹਾ ਸੈਸ਼ਨ ਲੰਘਣ ਤੋਂ ਬਾਅਦ, ਸ਼ੁਰੂ ਹੋਣ ਤੋਂ ਬਾਅਦ ਇਹ ਫੈਸਲੇ ਕੀਤੇ ਗਏ ਨੇ। ਅਗਲੇ ਸਾਲ ਜੇ ਇਹ ਸਾਰੇ ਫੈਸਲੇ ਇੰਪਲੀਮੈਂਟ ਹੋ ਸਕਦੇ ਨੇ, ਪੰਜਾਬ ਸਰਕਾਰ ਨੂੰ ਵੀ ਤੁਸੀਂ ਇਸ ਮਸਲੇ ਨੂੰ ਲੈ ਕੇ ਚੇਤਨ ਕਰੋਗੇ? ਸਰ ਡੈਫੀਨੇਟਲੀ ਅਸੀਂ ਉਹਨਾਂ ਨੂੰ ਵੀ, ਮਾਨ ਸਾਹਿਬ ਦੇ ਆਫਿਸ ਨੂੰ ਵੀ ਅਸੀਂ ਮੇਲ ਪਾਵਾਂਗੇ। ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਵੀ ਸਿੱਧੀ ਜੀ ਗੱਲ ਹੈ, ਤੁਸੀਂ ਇਸ ਮੁੱਦੇ ਦੇ ਉੱਤੇ ਵਿਚਾਰ ਕਰੋ ਔਰ ਇਸ ਮੁੱਦੇ ਨੂੰ ਜੇ ਹੋ ਸਕੇ ਤਾਂ ਅਪਣਾਓ, ਕਿਉਂਕਿ ਜੇ ਬਾਹਰਲੇ ਦੇਸ਼ਾਂ ਨੇ ਇਸ ਚੀਜ਼ ਨੂੰ ਅਪਣਾਇਆ ਹੈ, ਇਸ ਕਰਕੇ ਅਪਣਾਇਆ ਹੈ ਕਿ ਅਗਲੀ ਜਨਰੇਸ਼ਨਾਂ ਜਿਹੜੀਆਂ ਨੇ ਉਹਨਾਂ ਨੂੰ ਉਸ ਦਾ ਕੁਝ ਫਾਇਦਾ ਮਿਲ ਸਕੇ। ਇਹਦਾ ਇੱਕ ਇਹ ਵੀ ਹੱਲ ਹੈ ਕਿ ਘੱਟੋ ਘੱਟ 4-5 ਸਾਲ ਸਿਲੇਬਸ ਨਾ ਬਦਲਿਆ ਜਾਵੇ, ਕਿਉਂਕਿ ਉੱਪਰਲੀ ਕਲਾਸ ਵਾਲਾ ਬੱਚਾ ਜਦੋਂ ਹੇਠਲੀ ਕਲਾਸ ਵਾਲਾ ਉੱਪਰ ਜਾਂਦਾ ਹੈ ਤਾਂ ਉਹ ਕਿਤਾਬਾਂ ਉਹੀ ਵਰਤ ਸਕਦਾ। 5 ਸਾਲ ਘੱਟੋ ਘੱਟ 7 ਸਾਲ ਪਹਿਲਾਂ ਜਿਵੇਂ ਹੁੰਦਾ ਸੀ ਉਹੀ ਕਿਤਾਬਾਂ ਚੱਲੀਆਂ ਆਉਂਦੀਆਂ ਸੀਗੀਆਂ, ਐਵੇਂ ਦਾ ਸਿਸਟਮ ਵੀ ਹੋ ਸਕਦਾ। ਸਰ ਮੈਂ ਜਿਵੇਂ ਹੁਣੇ ਤੁਹਾਨੂੰ ਦਿਖਾਇਆ ਕਿਤਾਬ ਦਾ, ਪਿਛਲੇ ਸਾਲ ਦੀ ਕਿਤਾਬ ਔਰ ਇਸ ਸਾਲ ਦੀ ਕਿਤਾਬ, ਸਿਲੇਬਸ 'ਚ ਕੋਈ ਫਰਕ ਨਹੀਂ ਹੈ ਭਾਜੀ। ਚੈਪਟਰ ਮਤਲਬ ਸਿਰਫ ਟਾਈਟਲ ਬਦਲ ਦਿੱਤਾ ਗਿਆ। ਇਸ ਦਾ ਟਾਈਟਲ ਜੇ ਤੁਸੀਂ ਦੇਖੋਗੇ ਸਾਇੰਸ ਸਕਸੈਸ, ਦੂਜੇ ਦਾ ਸਿੰਪਲ ਸਾਇੰਸ,
ਔਰ ਉਹ NCERT ਦੀ ਹੈ। ਜਿਵੇਂ ਤੁਹਾਨੂੰ ਹੁਣੇ ਪ੍ਰਾਈਵੇਟ ਪਬਲਿਸ਼ਰ ਦੀ ਵੀ ਦਿਖਾਵਾਂ, ਲਿਵਿੰਗ ਸਾਇੰਸ ਵਾਲੀ ਦੇਣਾ, ਪ੍ਰਾਈਵੇਟ ਪਬਲਿਸ਼ਰ ਦੀ ਵੀ ਦਿਖਾਵਾਂ ਕਿਤਾਬ। ਪ੍ਰਾਈਵੇਟ ਪਬਲਿਸ਼ਰ ਦੇ ਵਿੱਚ ਵੀ ਤੁਸੀਂ ਦੇਖੋਗੇ ਤੇ ਸੇਮ ਕਿਤਾਬ ਸੇਮ ਹੋਏਗੀ, ਠੀਕ ਹੈ ਨਾ, ਸਿਰਫ ਟਾਈਟਲ ਚੇਂਜ ਹੈ। ਅੰਦਰੋਂ ਅਗਰ ਮੈਂ ਕੰਟੈਂਟ ਦਿਖਾਵਾਂਗਾ, ਕੰਟੈਂਟ ਅੰਦਰੋਂ ਸਾਰਾ ਸੇਮ ਹੋਏਗਾ ਜੋ ਪਿਛਲੇ ਸਾਲ ਵਾਲਾ ਹੀ ਸੀਗਾ। ਮੈਂ ਤੁਹਾਨੂੰ ਦੱਸਣ ਦੀ ਉਹੀ ਇਲਤਜਾ ਕਰ ਰਿਹਾ ਕਿ ਦੇਖੋ, ਇੱਕ ਤਾਂ ਜਿਵੇਂ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ 5 ਸਾਲ ਤੱਕ, ਜਿਵੇਂ ਤੁਸੀਂ ਗੱਲ ਕਹੀ, ਕੋਈ ਵੀ ਸਿਲੇਬਸ 'ਚ ਚੇਂਜ ਨਹੀਂ ਹੋਣਾ ਚਾਹੀਦਾ। ਚਲੋ ਮੈਂ ਕਹਿੰਦਾ ਮਾੜਾ ਮੋਟਾ ਚੇਂਜ ਆ ਵੀ ਗਿਆ, ਚਲੋ ਅਸੀਂ ਕਹਿੰਦੇ ਜੀ ਸਾਇੰਸ ਨੇ ਤਰੱਕੀ, ਸਾਲ ਦਰ ਸਾਲ ਮੈਥ ਵਿੱਚ ਆਪਣਾ ਇੰਟੀਜਰ ਚੇਂਜ ਹੋ ਗਏ, ਮੈਟ੍ਰਿਕਸ ਚੇਂਜ ਹੋ ਗਏ, ਸਾਰਾ ਕੁਝ ਟ੍ਰਿਗਨੋਮੈਟਰੀ ਚੇਂਜ ਕਰਤੀ ਜੀ, ਮਤਲਬ ਸਾਲ ਦੇ ਅੰਦਰ ਹੀ ਇਹਨਾਂ ਰੈਵੋਲੂਸ਼ਨ ਆ ਗਿਆ, ਠੀਕ ਹੈ ਨਾ। ਮਗਰ ਉਹਦੇ ਵਾਸਤੇ ਜਿੰਨੀ ਕੁ ਚੀਜ਼ ਵਿੱਚ ਰੈਵੋਲੂਸ਼ਨ ਆਇਆ, ਉਹਦੀ ਇੱਕ ਛੋਟੀ ਬੁਕਲੇਟ ਬਣਾ ਕੇ ਨਹੀਂ ਲੋਕਾਂ ਨੂੰ ਦਿੱਤੀ ਜਾ ਸਕਦੀ? ਕਿਆ ਪੇੜ ਉਸ ਤਰੀਕੇ ਨਾਲ ਨਹੀਂ ਬਚਾਏ ਜਾ ਸਕਦੇ? ਠੀਕ ਹੈ, ਸਕੂਲਾਂ ਨੂੰ ਜੇ ਬੁੱਕ ਬੈਂਕ ਬਣਾਉਣ 'ਚ ਦਿੱਕਤ ਹੈ ਤਾਂ ਸਕੂਲ ਸਾਡੇ ਵਰਗੇ ਪ੍ਰਾਈਵੇਟ NGOs ਨੂੰ ਪਰਮਿਸ਼ਨ ਦੇਵੇ ਕਿ ਅਸੀਂ ਕਹਿੰਦੇ ਹਾਂ ਅਸੀਂ ਬੁੱਕ ਬੈਂਕ ਬਣਾਉਂਦੇ ਹਾਂ, ਅਸੀਂ ਬਣਾਉਣ ਨੂੰ ਤਿਆਰ ਹਾਂ ਬੁੱਕ ਬੈਂਕ, ਅਸੀਂ ਖਰਚਾ ਕਰਨ ਨੂੰ ਤਿਆਰ ਹਾਂ, ਅਸੀਂ ਬੁੱਕ ਬੈਂਕ ਬਣਾਉਂਦੇ ਹਾਂ। ਹਾਂਜੀ, ਤੁਹਾਡਾ ਨਾਂ ਕੀ ਹੈ? ਤੁਸੀਂ ਇਸ ਮਸਲੇ ਤੇ ਕੀ ਕਹਿਣਾ ਚਾਹੋਗੇ? ਮੈਨੂੰ ਬੋਲਣ 'ਚ ਥੋੜ੍ਹੀ ਦਿੱਕਤ ਹੈ ਭਾਜੀ। ਤੁਸੀਂ ਦੱਸੋ ਕੀ ਕਹਿਣਾ ਚਾਹੋਗੇ? ਭਾਜੀ ਦੇਖੋ, ਸਿੱਧਾ ਅਸੀਂ ਤਾਂ ਬੜੇ ਚਿਰ ਤੋਂ, ਸਾਡੀ ਪੇਰੈਂਟਸ ਯੂਨਿਟੀ ਆਫ ਜਸਟਿਸ ਵੱਲੋਂ ਅਸੀਂ ਲੱਗੇ ਹੋਏ ਹਾਂ ਇਸ ਮਸਲੇ ਦੇ ਵਿੱਚ। ਸਾਡੀ ਹੁਣ ਇਹ ਸਮੱਸਿਆ ਬੜੇ ਸਮੇਂ ਤੋਂ ਸੀਗੀ ਕਿ ਕਿਤਾਬਾਂ ਦੀ ਜਿਹੜੀ ਲੁੱਟ ਆ ਉਹਨੂੰ ਕਿਵੇਂ ਬਚਾਇਆ ਜਾਵੇ, ਪਰ ਸਾਡੀਆਂ ਅੱਖਾਂ ਉਦੋਂ ਜ਼ਿਆਦਾ ਖੁੱਲ੍ਹੀਆਂ ਤੇ ਜ਼ਿਆਦਾ ਸਮਝੋ ਕਿ ਅਸੀਂ ਚੌਂਕ ਗਏ ਜਦੋਂ ਸਾਨੂੰ ਇਹ ਪਤਾ ਲੱਗਾ ਇਕੱਲੀ ਕਿਤਾਬਾਂ ਦੀ ਲੁੱਟ ਨਹੀਂ, ਇਹਦੇ ਨਾਲ ਤੇ ਪਰਿਆਵਰਨ ਦੇ ਸਿੱਧਾ ਜਿਹੜਾ ਹੈ ਉਹ ਖਤਰਾ। ਜਦੋਂ ਅਸੀਂ ਆંકੜੇ ਦੇਖੇ ਤੇ ਸਿੱਧਾ 30,000 ਦਰਖਤ ਜਿਹੜਾ, ਜਿਵੇਂ ਸੋਨੀ ਜੀ ਤੁਹਾਨੂੰ ਦੱਸ ਰਹੇ ਸੀਗੇ ਕਿ ਇਕੱਲੇ ਚੰਡੀਗੜ੍ਹ ਲਈ ਕੱਟਿਆ ਜਾਂਦਾ। ਹੁਣ ਸਾਡੀ ਮਤਲਬ ਹਰ ਪਾਸਿਓਂ ਇਹੀ ਮੰਗਿਆ ਕਿ ਕਿਵੇਂ ਇਹਨੂੰ ਬਚਾਇਆ ਜਾਵੇ, ਚਾਹੇ ਬੁੱਕ ਬੈਂਕ ਬਣਾਈਆਂ ਜਾਣ, ਸਕੂਲ ਆਪਦੇ ਲਾਇਬ੍ਰੇਰੀ ਜ਼ਿਆਦਾ ਬਣਾਉਣ, ਕਿਵੇਂ ਨਾ ਕਿਵੇਂ ਜਿਹੜਾ ਹੈ ਕਿ ਕਿਤਾਬਾਂ ਦੀ ਜਿਹੜੀ ਦੁਰਵਰਤੋਂ ਆ ਨਾ ਉਹਨੂੰ ਰੋਕਿਆ ਜਾਵੇ ਤਾਂ ਕਿ ਪੇੜ ਨਾ ਕੱਟੇ ਜਾਣ। ਹਾਂਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਨਾਂ ਕੀ ਤੁਹਾਡਾ? ਤਲਵਿੰਦਰ ਸਿੰਘ। ਮੈਂ ਕਹਿਣਾ ਚਾਹੁੰਦਾ ਹਾਂ ਕਿ NCERT ਦੀਆਂ ਕਿਤਾਬਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਵੇ ਅਤੇ ਸਰਕਾਰ ਵੱਲੋਂ ਜ਼ਿਆਦਾਤਰ ਇਹੀ ਲਾਗੂ ਕੀਤਾ ਜਾਵੇ ਕਿ ਜਿਸ ਤਰ੍ਹਾਂ ਇਹਨਾਂ ਨੇ ਹੁਣ ਸਕੂਲ, ਮੰਨ ਲਓ ਪੰਜਾਬ ਸਰਕਾਰ ਨੇ ਵੀ ਬਣਾਉਣੇ ਆ, ਹੁਣ ਸਕੂਲ ਬਣਾਉਣੇ ਆ, ਜਦੋਂ ਇਹਨਾਂ ਨੇ ਨਵੀਂ ਬਿਲਡਿੰਗਾਂ ਬਣਾਉਣੀਆਂ ਨਾ, ਉਹਦੇ ਵਿੱਚ ਆਲਰੇਡੀ ਇੱਕ ਅਲੱਗ ਬੈਂਕ ਬਣਾਇਆ ਜਾਵੇ, ਬੁੱਕ ਬੈਂਕ, ਜਿਹੜਾ ਕਿ ਬੱਚੇ ਛੋਟੀ ਕਲਾਸ ਵਾਲਾ ਉੱਪਰ। ਜਦੋਂ ਸੈਸ਼ਨ ਸ਼ੁਰੂ ਹੋ ਗਿਆ, ਤਕਰੀਬਨ ਡੇਢ ਮਹੀਨਾ ਹੋ ਗਿਆ, ਸਕੂਲ ਚੱਲ ਪਏ ਨੇ, ਸੈਸ਼ਨ ਸ਼ੁਰੂ ਹੋ ਗਿਆ, ਤੁਸੀਂ ਲੇਟ ਸ਼ੁਰੂ ਕੀਤਾ ਕੰਮ, ਇਹ ਪਹਿਲਾਂ ਨਹੀਂ ਚਾਹੀਦਾ ਸੀ? ਨਹੀਂ, ਐਕਚੁਅਲੀ ਆਪਾਂ ਜਦੋਂ ਹੁਣ ਸਾਨੂੰ ਜਦੋਂ ਕਰਿਆ ਹੈ ਕਿ ਇਹਨਾਂ ਨੇ ਜਦੋਂ ਚੇਂਜ ਹੀ ਹੁਣ ਸਾਨੂੰ ਪਤਾ ਹੀ ਕਨਫਰਮ ਹੈ, ਤਾਂ ਕਰਕੇ ਉਸ ਹਿਸਾਬ ਨਾਲ ਸਾਡੀ ਯੂਨੀਅਨ ਦੇ ਇਹ ਭਾਜੀ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਚੱਲਦਾ। ਮਤਲਬ ਘੱਟੋ ਘੱਟ ਅਗਲੇ ਸਾਲ ਨੂੰ ਟਾਰਗੇਟ ਮੰਨ ਕੇ ਕਿ ਅਗਲੇ ਸਾਲ ਸੁਧਾਰ ਹੋ ਜੇ, ਤੁਸੀਂ ਲਗਾਤਾਰ ਐਕਟਿਵ ਰਹੋਗੇ? ਹਾਂਜੀ, ਇਹ ਹੁਣ ਅੱਗੇ ਤੋਂ ਅਸੀਂ ਐਕਟਿਵ ਜ਼ਿਆਦਾ ਰਹਾਂਗੇ। ਸੋ ਇਹ ਸਨ ਕੁਝ ਸਮਾਜ ਸੇਵੀ ਜਿਨ੍ਹਾਂ ਦਾ ਕਹਿਣਾ ਕਿ ਦਰੱਖਤਾਂ ਨੂੰ ਬਚਾਉਣ ਵਾਸਤੇ ਕਿਤਾਬਾਂ ਦੀ ਘੱਟੋ ਘੱਟ ਵਰਤੋਂ ਹੋਣੀ ਚਾਹੀਦੀ ਆ, ਜਾਂ ਇਹ ਕਹਿ ਸਕਦੇ ਹਾਂ ਕਿ NCERT ਦੀਆਂ ਕਿਤਾਬਾਂ ਹੀ ਲਗਾਈਆਂ ਜਾਣ ਜਿਨ੍ਹਾਂ ਵਿੱਚ ਸਾਰਾ ਸਿਲੇਬਸ ਹੁੰਦਾ ਹੈ। ਗੱਲ ਇਹ ਹੈ ਕਿ ਬੱਚੇ ਨੂੰ ਪੜ੍ਹਾਇਆ ਕਿਵੇਂ ਜਾਵੇ, ਬੱਚੇ ਨੂੰ ਟਾਈਮ ਕਿੰਨਾ ਦਿੱਤਾ ਜਾਵੇ, ਜਾਂ ਸਕੂਲਾਂ ਦੇ ਵਿੱਚ ਅਧਿਆਪਕ ਕਿੰਨੀ ਕੁ ਯੋਗਤਾ ਵਾਲੇ ਹੋਣ। ਅਕਸਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਘੱਟ ਯੋਗਤਾ ਵਾਲੇ ਟੀਚਰ ਰੱਖੇ ਜਾਂਦੇ ਨੇ, ਕਿਤਾਬਾਂ ਕਈ ਤਰ੍ਹਾਂ ਦੀਆਂ ਲਗਾ ਦਿੱਤੀਆਂ ਜਾਂਦੀਆਂ ਨੇ, ਟੀਚਰ ਪੜ੍ਹਾਉਣੋਂ ਵੀ ਕਤਰਾਉਂਦੇ ਨੇ। ਸੋ ਸਿਸਟਮ ਦੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ, ਅਤੇ ਨਾਲ ਜੋ ਵਿਦਿਆਰਥੀਆਂ ਦੇ ਮਾਪਿਆਂ ਦੀ ਜੇਬ 'ਤੇ ਡਾਕਾ ਵੱਜਦਾ ਹੈ ਉਹਨੂੰ ਵੀ ਰੋਕਣ ਦੀ ਲੋੜ ਹੈ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। भारत दे नंबर 1 तांत्रिक गुरु शांजी बंगाली, गोल्ड मेडलिस्ट, 64 शक्तियां दे माहिर, बंगाल तो सिद्धि प्राप्त, हर जगह तो निराश ते मायूस भैन भरा एक बार जरूर फोन करो। हर समस्या दा हल घर बैठे फोन ते। माई प्रॉमिस 100% रिजल्ट। लव मैरिज, सौंकन दुश्मन तो छुटकारा, पति पत्नी च कलेश, कीता कराया विदेश यात्रा, नौकरी कारोबार च परेशानी, कोर्ट केस, रुस्से नूं मनाउणा होवे तां हुणे फोन कमाओ, 101% पक्का समाधान पाओ। मां वशीकरण ते मां मुटकरण दे सुपर स्पेशलिस्ट गुरु शांजी बंगाली। 9958635478